सत श्री अकाल। पंजाब स्टार टीवी देख रहे सारे दर्शकों का स्वागत है। मैं हाँ कमलजीत कौर लेके हाजिर हाँ प्रोग्राम स्पैशल रिपोर्ट दे विच गलबात करांगे पश्चिमी बंगाल चोणां दे विच भाजपा दी हार ते हुण वैसटर्न यूपी दे विच यूपी दे जिहड़े पंचायती चोण नतीजे ने उन्हां दा ऐलान भी हो गया है और भाजपा नूं उत्थे भी जिहड़ा नमोशी दा सामना करना पै रहा है। अपने आप दे विच इस हार दे की मायने ने गलबात करांगे। साडे नाल मौजूद ने सीनियर पत्रकार जय सिंह छिब्बर। सर बहुत बहुत स्वागत है। ਧੰਨਵਾਦ ਕਮਲ ਜੀ। सर पश्चिमी बंगाल दे विच हाल ही दे विच जिहड़े चोण नतीजे ने उन्हां दा ऐलान होया है और 200 सीटां दा दावा करन वाली जिहड़ी भाजपा है 100 तो भी घट जिहड़ा आंकड़ा उस ते सिमटी और हुण जे यूपी दियां पंचायती चोणां दी गल करिए तो पंचायती चोणां दे विच भी जिस तरीके दे नाल आंकड़े सामने आ रहे ने समाजवादी पार्टी दा पलड़ा जिस तरीके नाल भारी हो रहा है ते भाजपा नूं उत्थे भी नमोशी दा सामना करना पै रहा है। सब तो पहलां ते भाजपा दी हार दे जिहड़े कारण ने और इस तरह जिहड़ियां बाकी पार्टियां दी जिੱਤ ਦੇ मायने की ने। देखो कमल जी, ਜਿਹੜੀ ਤੁਸੀਂ ਬੀਜੇਪੀ ਦੀ ਹਾਰ ਦੇ ਕਾਰਨ ਦੀ ਗੱਲ ਕੀਤੀ ਹੈ ਨਾ, ਜੇ ਤੁਸੀਂ ਵੈਸਟ ਬੰਗਾਲ ਨੂੰ ਤੇ ਯੂਪੀ ਨੂੰ ਮਿਲਾ ਕੇ ਗੱਲ ਕਰਨੀ ਚਾਹੁੰਦੇ ਆ ਤਾਂ ਯੂਪੀ ਦਾ ਤੇ ਵੈਸਟ ਬੰਗਾਲ ਦਾ ਦੋਵਾਂ ਦਾ ਜਿਹੜਾ ਰਾਜਨੀਤਿਕ ਮਾਹੌਲ ਆ, ਦੋਨਾਂ ਦਾ ਜਿਹੜਾ ਸਿਨੈਰੀਓ ਆ, ਦੋਵੇਂ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਵੈਸਟ ਬੰਗਾਲ ਦੇ ਲੋਕ ਆ ਜਿਹੜੇ ਧਾਰਮਿਕ ਨਹੀਂ ਹੈਗੇ, ਕੱਟੜਪੰਥੀ ਨਹੀਂ ਹੈਗੇ, ਪਰ ਜਿਹੜੇ ਯੂਪੀ ਦੇ ਲੋਕ ਆ ਉੱਥੇ ਦੂਜੇ ਮੁਲਕਾਂ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਯੂਪੀ ਦੇ ਵਿੱਚ ਜਿਹੜੀ ਜਿਸ ਢੰਗ ਨਾਲ ਬੀਜੇਪੀ ਨੇ ਪੋਲਰਾਈਜੇਸ਼ਨ ਕੀਤਾ ਹੋਇਆ ਜਾਤ ਦੇ ਨਾਮ ਤੇ, ਧਰਮ ਦੇ ਨਾਮ ਤੇ, ਮਹੱਜਬ ਦੇ ਨਾਮ ਤੇ, ਜਿਵੇਂ ਲੋਕਾਂ ਨੂੰ ਵੰਡਿਆ ਹੋਇਆ ਉੱਥੇ, ਜਾਂ ਜਿਵੇਂ ਉੱਥੇ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ, ਜੋ ਉਹਨਾਂ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਕੀਤਾ ਉਹ ਕਿਸ ਤੋਂ ਲੁਕਿਆ ਛਿਪਿਆ ਨਹੀਂ। ਪਿਛਲੇ ਲੰਬੇ ਸਮੇਂ ਤੋਂ ਜਿਹੜੀ ਬੀਜੇਪੀ ਦੀ ਜਿਹੜੀ ਸੋਚ ਆ ਜਾਂ ਜਿਹੜੀ ਇਹਨਾਂ ਦੀ ਰਾਸ਼ਟਰੀ ਸਵੈ ਸੇਵਕ ਸੰਘ ਆ RSS ਆ, ਉਹ ਹੁਣ ਤੱਕ ਧਰਮ ਦੇ ਨਾਂ ਤੇ, ਕੱਟੜਪੰਥੀ ਹਿੰਦੂਇਜ਼ਮ ਦੇ ਨਾਂ ਤੇ ਜਾਂ ਰਾਸ਼ਟਰਵਾਦ ਦੇ ਨਾਮ ਤੇ ਚੋਣਾਂ ਲੜਦੀ ਆ ਰਹੀ ਆ। ਯੂਪੀ ਦੇ ਵਿੱਚ ਗੋਰਖਪੁਰ ਜਿੱਥੇ ਤੋਂ ਮੁੱਖ ਮੰਤਰੀ ਬਿਲੋਂਗ ਕਰਦੇ ਨੇ ਤੇ ਨਾਲ ਦੀ ਨਾਲ ਜਿੱਥੇ ਅਯੁੱਧਿਆ ਦੇ ਵਿੱਚ ਮੰਦਿਰ ਬਣਾਇਆ ਗਿਆ ਹੈ, ਜਿੱਥੇ ਲੰਬੇ ਸਮੇਂ ਤੋਂ ਭਾਜਪਾ ਜਿਹੜੀ ਅਯੁੱਧਿਆ ਦੇ ਨਾਮ ਤੇ ਰਾਜਨੀਤੀ ਕਰਦੀ ਰਹੀ ਆ, ਮੰਦਿਰ ਬਣਾਉਣ ਦੀ ਗੱਲ ਕਰੀ ਉਵੇਂ ਜੇ ਪੂਰੇ ਯੂਪੀ ਨੂੰ ਛੱਡ ਕੇ ਇਹਨਾਂ ਦੋ ਜਗ੍ਹਾਵਾਂ ਦੀ ਆਪਾਂ ਗੱਲ ਕਰੀਏ, ਜਿਹੜੀਆਂ ਪਾਰਟੀਕੂਲਰ ਦੋ ਪਲੇਸਿਸ ਨੂੰ ਸਾਹਮਣੇ ਰੱਖੀਏ, ਇਹਨਾਂ ਦੋਵਾਂ ਥਾਵਾਂ ਤੇ ਵੀ, ਇਹਨਾਂ ਦੋਵੇਂ ਖੇਤਰਾਂ ਤੇ ਵੀ ਜਿਹੜੀ ਬੀਜੇਪੀ ਨੂੰ ਵੱਡੀ ਹਾਰ ਮਿਲੀ ਆ। ਉਹ ਇਹ ਹਾਰ ਉਦੋਂ ਮਿਲੀ ਆ ਜਦੋਂ 2022 ਦੀਆਂ ਚੋਣਾਂ ਸਾਹਮਣੇ ਸਿਰ ਪਰ ਖੜੀਆਂ ਨੇ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ, ਹੁਣ ਇਹ ਸੋਚਣਾ ਪਵੇਗਾ ਕਿ ਲੋਕ ਕਿਆ ਚਾਹੁੰਦੇ ਨੇ ਜਾਂ ਬੀਜੇਪੀ ਦੀ ਲੀਡਰਸ਼ਿਪ ਕੀ ਕਰ ਰਹੀ ਹੈ। ਹੁਣ ਤੁਸੀਂ ਦੇਖੋ ਵੈਸਟ ਬੰਗਾਲ ਦੇ ਵਿੱਚ ਇਹ ਦਾਅਵਾ ਕਰਦੇ ਸੀਗੇ ਕਿ ਅਸੀਂ ਸਰਕਾਰ ਬਣਾਵਾਂਗੇ, ਪਰ ਉੱਥੇ ਇਹ 100 ਦਾ ਅੰਕੜਾ ਜਿਹੜਾ ਉਹ ਵੀ ਪਾਰ ਨਹੀਂ ਕਰ ਸਕੇ। ਬੇਸ਼ੱਕ ਦੀ ਉੱਥੇ ਨੰਦੀਗ੍ਰਾਮ ਹਲਕੇ ਤੋਂ ਜਿਹੜੇ ਮਮਤਾ ਬੈਨਰਜੀ ਆ ਖੁਦ ਚੋਣ ਹਾਰ ਗਏ ਨੇ, ਪਰ ਉਹ ਆਪ ਉਹਨਾਂ ਦੀ ਜਿਹੜੀ ਪਾਰਟੀ ਆ ਵੱਡੇ ਅੰਤਰ ਦੇ ਨਾਲ ਉੱਥੇ ਬਹੁਮਤ ਲੈ ਕੇ ਗਏ ਨੇ ਤੇ ਅੱਜ ਉਹਨਾਂ ਨੇ ਬਤੌਰ ਮੁੱਖ ਮੰਤਰੀ ਸਹੁੰ ਵੀ ਚੁੱਕ ਲਈ ਨੇ। ਇਸ ਕਰਕੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਨੂੰ ਜੇ ਅੰਤਮ ਮੰਥਨ ਕਰੇਗੀ, ਚਿੰਤਨ ਕਰੇਗੀ ਕਿ ਕਿਆ ਕਰਨਾ ਕਿ ਲਗਾਤਾਰ ਜਿਹੜੀ ਬੀਜੇਪੀ ਦਾ ਜਿਹੜਾ ਆਧਾਰ ਆ ਉਹ ਘਟਦਾ ਜਾ ਰਿਹਾ। ਜਦੋਂ ਕਿ 2019 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਤੀਆਂ, ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਨੂੰ ਬਹੁਤ ਜ਼ਿਆਦਾ ਬਹੁਮਤ ਮਿਲਿਆ, ਉਹੀ ਸੂਬਿਆਂ ਦੇ ਵਿੱਚ ਹੁਣ ਵਿਧਾਨ ਸਭਾਵਾਂ ਦੇ ਚੋਣਾਂ ਦੇ ਵਿੱਚ ਜਾਂ ਜਿਹੜੀਆਂ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ ਉਹਨਾਂ ਦੇ ਵਿੱਚ ਬੀਜੇਪੀ ਬੈਕਫੁੱਟ ਪਰ ਆਈ ਹੈ। ਹੁਣ ਤੁਸੀਂ ਤਾਮਿਲਨਾਡੂ ਦੇਖ ਲਓ, ਸਿਰਫ ਅਸਾਮ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਬੀਜੇਪੀ ਬੈਕਫੁੱਟ ਪਰ ਗਈ ਹੈ। ਇਸ ਕਰਕੇ ਬੀਜੇਪੀ ਨੂੰ ਇਹ ਸੋਚਣਾ ਪਵੇਗਾ ਕਿ ਹੁਣ ਜਿਹੜੀ ਤੁਸੀਂ ਧਰਮ ਦੇ ਨਾਂ ਤੇ, ਮਹੱਜਬ ਦੇ ਨਾਂ ਤੇ ਜਿਹੜੀ ਤੁਸੀਂ ਪੋਲਰਾਈਜੇਸ਼ਨ ਕਰ ਰਹੇ ਆ, ਉਹ ਉਹਨਾਂ ਦੀ ਜਿਹੜੀ ਰਣਨੀਤੀ ਆ ਹੁਣ ਬਹੁਤੀ ਦੇਰ ਨਹੀਂ ਚੱਲਣੀ। ਹਾਂ, ਜਦੋਂ ਤੱਕ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਨਹੀਂ ਗੱਲ ਕਰਦੀ ਜਾਂ ਸਭ ਨੂੰ ਨਾਲ ਨਹੀਂ ਲੈ ਕੇ ਚੱਲਦੀ, ਉਦੋਂ ਤੱਕ ਇਹਨਾਂ ਦਾ ਜਿਹੜਾ ਆਧਾਰ ਆ ਉਹ ਵਧਣ ਵਾਲਾ ਨਹੀਂ ਹੈਗਾ। 38% ਦੇ ਕਰੀਬ ਆ ਜਿਹੜੀ ਬੀਜੇਪੀ ਆ ਜਿਹੜੀ ਉਹ ਆਪਣੀ ਵੋਟ ਆ ਉੱਥੇ ਲੈ ਕੇ ਗਈ ਆ ਵੈਸਟ ਬੰਗਾਲ ਦੇ ਵਿੱਚ। ਭਾਵੇਂ ਕਿ ਇਹ ਕਈ ਬੰਦੇ ਇਹ ਵੀ ਸੋਚਦੇ ਨੇ ਕਿ ਉਹਨੂੰ ਕੁਝ ਨਹੀਂ ਮਿਲਿਆ,
ਪਰ ਇੱਕ ਇਹਦਾ ਪੱਖ ਇਹ ਵੀ ਹੈ ਕਿ ਜਿਹੜੀ ਪਾਰਟੀ ਨੂੰ ਉੱਥੇ 3 ਸੀਟਾਂ ਸੀਗੀਆਂ ਉਹ ਅੱਜ 78 ਸੀਟਾਂ ਵੀ ਕ੍ਰੋਸ ਕਰ ਗਈ, 78 ਸੀਟਾਂ ਤੱਕ ਪਹੁੰਚ ਗਈ ਆ ਤੇ ਇਹਦਾ ਜਿਹੜਾ ਵੋਟ ਪਰਸੈਂਟ ਆ ਤਾਂ ਉਹ 38% ਤੱਕ ਚਲੇਗੀ। ਕਿਤੇ ਨਾ ਕਿਤੇ ਬੀਜੇਪੀ ਦੀ ਲੀਡਰਸ਼ਿਪ ਇਹ ਵੀ ਮੰਨ ਰਹੀ ਆ ਕਿ ਉਹਨਾਂ ਦਾ ਵੋਟ ਬੈਂਕ ਆ ਜਿਹੜਾ ਉਸ ਪਾਸੇ ਵਧਿਆ, ਜਿਸ ਢੰਗ ਨਾਲ ਉਹ ਪੋਲਰਾਈਜੇਸ਼ਨ ਕਰ ਰਹੀ ਸੀ ਜਾਂ ਉਹਨਾਂ ਨੇ ਹਿੰਦੂ ਇੱਕ ਪਾਸੇ, ਮੁਸਲਮਾਨ ਜਾਂ ਮੁਸਲਮਾਨ ਹਾਂ ਜੋ ਆਧਾਰ ਬਣਿਆ ਤਾਂ ਉਸ ਪਾਸੇ ਵੱਲ ਉਹ ਵੱਧ ਰਹੀ ਹੈ। ਪਰ ਇਹ ਜਿਹੜਾ ਸਿਸਟਮ ਆ ਉਹ ਹਮੇਸ਼ਾ ਵਾਸਤੇ ਨਹੀਂ ਚੱਲਦਾ। ਦੇਖੋ ਕਿਹਾ ਜਾਂਦਾ ਵੀ ਜਿਹੜੀ ਕਾਠ ਦੀ ਹਾਂਡੀ ਆ ਉਹ ਬਾਰ-ਬਾਰ ਨਹੀਂ ਚੜ੍ਹਦੀ, ਇੱਕ ਵਾਰੀ ਚੜ੍ਹ ਸਕਦੀ ਆ। ਤੁਸੀਂ ਹੁਣ ਲੋਕ ਆ ਜਿਹੜੇ ਉਹ ਸਮਝਣ ਲੱਗ ਗਏ ਜਿਹੜੀਆਂ ਲੋਕਾਂ ਦੀਆਂ ਮੂਲਭੂਤ ਸੁਵਿਧਾਵਾਂ ਹੈ, ਜਿਹੜੀਆਂ ਬੇਸਿਕ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਆ ਉਹ ਤੁਹਾਨੂੰ ਹੱਲ ਕਰਨੀਆਂ ਪੈਣਗੀਆਂ। ਹੁਣ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਕਰੋਨਾ ਦਾ ਸੰਕਟ ਚੱਲ ਰਿਹਾ ਪਰ ਆਪਣਾ ਭਾਰਤ ਆ ਜਿਹੜਾ ਉਹ ਵੀ ਅਛੂਤਾ ਨਹੀਂ ਰਿਹਾ। ਕਿਵੇਂ 2.25 ਲੱਖ ਦੇ ਕਰੀਬ ਜਿਹੜੀਆਂ ਮੌਤਾਂ ਉਹ ਭਾਰਤ ਦੇ ਵਿੱਚ ਹੋ ਚੁੱਕੀਆਂ। ਕੋਈ ਵੀ ਸੂਬਾ ਅਜਿਹਾ ਨਹੀਂ ਜਿਹੜਾ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹੋਵੇ ਕਿ ਉਹਦੇ ਸੂਬੇ ਦੇ ਵਿੱਚ ਸਿਹਤ ਸੇਵਾਵਾਂ ਤੇ ਐਜੂਕੇਸ਼ਨ ਸੇਵਾਵਾਂ ਦਾ ਬਹੁਤ ਵਧੀਆ ਹਾਲ ਆ। ਸਾਰੇ ਸੂਬਿਆਂ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਪਛੜਿਆ ਹੋਇਆ ਹੈਗਾ। ਦਿੱਲੀ ਦੇ ਮੁੱਖ ਮੰਤਰੀ ਦਾਅਵਾ ਕਰਦੇ ਰਹੇ ਨੇ ਕਿ ਉਹਨਾਂ ਦੇ ਹਸਪੀਟਲ ਜਿਹੜੇ ਬਹੁਤ ਵਧੀਆ ਨੇ, ਪਰ ਪਿਛਲੇ ਦਿਨਾਂ ਦੇ ਦੌਰਾਨ ਇੱਕ ਜਿਹੜਾ ਦਿੱਲੀ ਦੇ ਵਿੱਚ ਵੀ ਜੋ ਪੋਜੀਸ਼ਨ ਸਾਹਮਣੇ ਆਈ ਆ, ਜੋ ਆਕਸੀਜਨ ਦੀ ਕਮੀ ਆਈ ਆ, ਉਹ ਸਭ ਦੇ ਸਾਹਮਣੇ ਨੇ। ਇਸ ਕਰਕੇ ਜਿਹੜੇ ਲੋਕ ਆ ਹੁਣ ਇਹ ਮਹਿਸੂਸ ਕਰਨ ਲੱਗ ਗਏ ਕਿ ਜਿਹੜੀ ਬੀਜੇਪੀ ਆ ਉਹ ਕੱਟੜਪੰਥੀ ਸੋਚ ਨੂੰ ਲੈ ਕੇ ਚੱਲ ਰਹੀ ਨਹੀਂ। ਉਹ ਇੱਕ ਤਰ੍ਹਾਂ ਦੇ ਲੋਕਾਂ ਦੇ ਵਿੱਚ ਜਿਹੜੀਆਂ ਪੋਲਰਾਈਜੇਸ਼ਨ ਕਰਨ ਵਾਸਤੇ ਜਾਂ ਉਹਨੂੰ ਲੜਾ ਕੇ ਕਿਵੇਂ ਨਾ ਕਿਵੇਂ ਧਰਮ ਤੌਰ ਤੇ ਵੰਡੀਆਂ ਪਾ ਕੇ ਉਹ ਲੜਾ ਰਹੀ ਹੈ। ਇਸ ਕਰਕੇ ਹੁਣ ਜਿਹੜੀਆਂ ਖਾਸ ਕਰਕੇ ਯੂਪੀ ਦੀਆਂ ਚੋਣਾਂ ਮੈਨੂੰ ਲੱਗਦਾ ਇਹ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਦੇ ਵਾਸਤੇ ਮੇਜਰ ਸੈਟਬੈਕ ਆ, ਕਿਉਂਕਿ ਜਿਹੜਾ ਵੈਸਟ ਬੰਗਾਲ ਆ ਉਹਦੇ ਵਿੱਚ ਤਾਂ ਜਿਹੜੇ ਲੋਕ ਆ ਜਾਂ ਉੱਥੇ ਪਹਿਲਾਂ ਖੱਬੇ ਪੱਖੀਆਂ ਦੀ ਲੰਬਾ ਸਮਾਂ ਜੋਤੀ ਰਾਏ ਬਾਸੂ ਆ ਜਿਹੜੇ ਉਹਨਾਂ ਨੇ ਲੰਬਾ ਸਮਾਂ ਉੱਥੇ ਰਾਜ ਕੀਤਾ, ਜਾਂ ਹੁਣ ਇਹ 15ਵਾਂ ਸਾਲ ਜਿਣ ਕੇ ਹੁਣ ਤੀਜੀ ਵਾਰੀ ਮੁੱਖ ਮੰਤਰੀ ਬਣਿਆ ਤੇ ਇਹਨਾਂ ਦਾ ਜਿਣ ਕੇ ਸ਼ੁਰੂ ਹੋ ਗਿਆ। ਇਸ ਕਰਕੇ ਜਿਹੜੇ ਉੱਥੇ ਸੀਗਾ ਯੂਪੀ ਦੇ ਵਿੱਚ ਚਲੋ ਕਦੇ ਉੱਥੇ ਬਹੁਜਨ ਸਮਾਜ ਪਾਰਟੀ ਨੇ ਰਾਜ ਕੀਤਾ ਮਾਇਆਵਤੀ ਨੇ, ਜਾਂ ਅਖਿਲੇਸ਼ ਯਾਦਵ ਜੀ ਹੁਣੀ ਹੋ ਗਏ, ਜਾਂ ਹੁਣ ਇਹ ਬੀਜੇਪੀ ਰਾਜ ਕਰ ਰਹੀ ਆ। ਘੱਟੋ ਘੱਟ ਉਸ ਰਾਜ ਦੇ ਵਿੱਚ ਜਿੱਥੇ ਇਹਨਾਂ ਦੇ ਕੋਲ ਸਭ ਨਾਲੋਂ ਜ਼ਿਆਦਾ ਜਿਹੜੀਆਂ ਮੈਂਬਰ ਆਫ ਪਾਰਲੀਮੈਂਟ ਦੀਆਂ ਸੀਟਾਂ ਤੇ ਇਹਨਾਂ ਦੀ ਆਪਣੀ ਸਰਕਾਰ ਆ, ਜਿੱਥੇ ਇਹ ਲਗਾਤਾਰ ਯੂਪੀ ਦੇ ਵਿੱਚ ਜਿਨ੍ਹਾਂ ਨੇ ਜਾਤ ਪਾਤ ਨੂੰ ਤੇ ਧਰਮ ਨੂੰ ਵੱਡੇ ਪੱਧਰ ਤੇ ਇਹਨਾਂ ਨੇ ਉੱਥੇ ਇਸਤੇਮਾਲ ਕੀਤਾ, ਲੋਕਾਂ ਨੂੰ ਲੜਾਇਆ। ਚਾਹੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਹਾਥਰਸ ਦੀ ਘਟਨਾ ਹੋਈ, ਉਸ ਘਟਨਾ ਨੂੰ ਕਿਵੇਂ ਕਿਸ ਹੱਦ ਤੱਕ ਦਬਾਇਆ ਗਿਆ, ਜਾਂ ਹੋਰ ਕਿੰਨੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਵੱਡੇ ਪੱਧਰ ਤੇ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਯੂਪੀ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ। ਉੱਥੇ ਦੇ ਜਿਹੜਾ ਬੀਜੇਪੀ ਨੇ ਹਾਰਨਾ, ਜਿੱਥੇ ਉਹਨਾਂ ਦੇ ਡੰਡੇ ਦੇ ਜ਼ੋਰ ਨਾਲ ਮੁੱਖ ਮੰਤਰੀ ਆ ਜਿਹੜੇ ਜੋਗੀ ਜੀ ਰਾਜ ਕਰ ਰਹੇ ਨੇ, ਵੱਡੇ ਪੱਧਰ 'ਤੇ ਉੱਥੇ ਜਿਹੜੇ ਬੀਜੇਪੀ ਦਾ ਆਧਾਰ ਆ ਉੱਥੇ ਤੋਂ ਬੀਜੇਪੀ ਦਾ ਹਾਰਨਾ ਹੈ ਉਹ ਵੀ ਉਦੋਂ ਜਦੋਂ ਅਗਲੇ ਬਾਰੇ ਜਿਹੜੀ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ। ਇਹ ਬੀਜੇਪੀ ਵਾਸਤੇ ਬਹੁਤ ਖਤਰੇ ਦੀ ਘੰਟੀ ਆ। ਜਿੱਦਾਂ ਸਰ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ 15ਵਾਂ ਸਾਲ ਜਿਹੜਾ ਸ਼ੁਰੂ ਹੋ ਗਿਆ ਜਦੋਂ ਮਮਤਾ ਬੈਨਰਜੀ ਤੀਜੀ ਵਾਰ ਮੁੱਖ ਮੰਤਰੀ ਬਣਨਗੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਸਹੁੰ ਜਿਹੜੀ ਆ ਚੁੱਕ ਦਿੱਤੀ ਆ। ਹਾਲਾਂਕਿ ਆਪਣੀ ਸੀਟ ਨੰਦੀਗ੍ਰਾਮ ਤੋਂ ਜ਼ਰੂਰ ਹਾਰੇ ਨੇ। ਕਿਆ ਸਰ ਆਈਆਂ ਚਰਚਾਵਾਂ ਤੇਜ਼ ਸੀ ਕਿ ਜੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਹੁੰਦੀ ਆ ਪੱਛਮੀ ਬੰਗਾਲ ਦੇ ਵਿੱਚ ਤੇ ਮਮਤਾ ਬੈਨਰਜੀ ਜਿਹੜੇ ਮੁੱਖ ਮੰਤਰੀ ਨੇ ਉਹ ਬਣਨਗੇ, ਜਿਵੇਂ ਕਿ ਪਹਿਲਾਂ 2 ਵਾਰ ਮੁੱਖ ਮੰਤਰੀ ਰਹੇ ਨੇ। ਪਰ ਹੁਣ ਜਿਸ ਤਰੀਕੇ ਦੇ ਨਾਲ ਨੰਦੀਗ੍ਰਾਮ ਤੋਂ ਉਹ ਜਿੱਥੋਂ ਚੋਣ ਲੜੇ ਨੇ ਉਹਨਾਂ ਦੀ ਹਾਰ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਨੇ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਨੂੰ ਰਾਸ ਨਹੀਂ ਆ ਰਿਹਾ। ਦੇਖੋ ਵਿਰੋਧੀ ਧਿਰਾਂ ਨੂੰ ਰਾਸ ਆਵੇ ਨਾ ਆਵੇ, ਇਹ ਇੱਕ ਯੂਨੀਵਰਸਲ ਤਰੁੱਥ ਆ ਕਿ 6 ਮਹੀਨੇ ਵਾਸਤੇ ਕੋਈ ਵੀ ਵਿਅਕਤੀ ਆ ਜਿਹੜਾ ਸੂਬੇ ਦਾ ਮੁੱਖ ਮੰਤਰੀ ਬਣ ਸਕਦਾ, ਪ੍ਰਧਾਨ ਮੰਤਰੀ ਬਣ ਸਕਦਾ। ਹੁਣ ਤੁਸੀਂ ਦੇਖੋ ਉਹਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਬਹੁਮਤ ਮਿਲਿਆ, ਪੂਰਨ ਬਹੁਮਤ ਮਿਲਿਆ ਜਿਹਨੂੰ ਤੁਸੀਂ ਕਹਿ ਸਕਦੇ ਆ। 200 ਤੋਂ ਉੱਪਰ ਸੀਟਾਂ ਜਿਹੜੀਆਂ ਕ੍ਰਾਸ ਕਰ ਗਏ ਉਹ ਬਹੁਮਤ ਮਿਲਿਆ। ਉਹਨਾਂ ਨੇ ਜਾਣ ਬੁੱਝ ਕੇ ਨੰਦੀਗ੍ਰਾਮ ਦੀ ਸੀਟ ਆ, ਉਹਨਾਂ ਨੂੰ ਪਤਾ ਸੀਗਾ ਵੀ ਉੱਥੇ ਟਫ ਮੁਕਾਬਲਾ ਹੋ ਸਕਦਾ, ਪਰ ਉਹਨਾਂ ਨੇ ਜਾਣ ਬੁੱਝ ਕੇ ਉਹ ਸੀਟ ਤੇ ਚੋਣ ਲੜਨ ਦੀ ਆਪਣੀ ਘੋਸ਼ਣਾ ਕੀਤੀ, ਐਲਾਨ ਕੀਤਾ ਕਿ ਮੈਂ ਉਸ ਜਗ੍ਹਾ ਤੋਂ ਲੜਾਂਗੇ। ਜੇਕਰ ਉਹ ਆਮ ਲੀਡਰਾਂ ਦੀ ਤਰ੍ਹਾਂ ਜਿਵੇਂ ਅਕਸਰ ਆ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਲੀਡਰ ਕਰਦੇ ਨੇ ਕਿ ਜਿਹੜੀ ਜਿੱਤ ਵਾਲੀ ਸੀਟ ਆ ਜਾਂ ਜਿੱਥੇ ਉਹ ਪਾਰਟੀ ਦਾ ਆਧਾਰ ਹੁੰਦਾ, ਆਮ ਤੌਰ 'ਤੇ ਜਿਹੜੇ ਵੱਡੇ ਲੀਡਰ ਆ ਉਹ ਉੱਥੇ ਖੜਦੇ ਨੇ ਤਾਂ ਕਿ ਉਹ ਆਸਾਨੀ ਨਾਲ ਜਿੱਤ ਸਕਣ। ਪਰ ਉਹਨਾਂ ਨੇ ਇਸ ਨੂੰ ਰਣਨੀਤੀ ਦਾ ਇੱਕ ਹਿੱਸਾ ਬਣਾਇਆ
ਨੰਦੀਗ੍ਰਾਮ ਤੇ ਉੱਥੋਂ ਬਹੁਤ ਥੋੜੇ ਅੰਤਰ ਦੇ ਨਾਲ ਉਹ ਉੱਥੇ ਭਾਵੇਂ ਚੋਣ ਹਾਰ ਗਏ ਨੇ, ਪਰ ਜੋ ਉਹਨਾਂ ਨੇ ਇੱਕ ਚੋਣ ਜਿਹੜਾ ਉੱਥੇ ਚੋਣ ਅਧਿਕਾਰੀ ਸੀਗਾ ਆਰਓ ਸੀਗਾ, ਉਹਦਾ ਵੀ ਇੱਕ ਉਹਨਾਂ ਨੇ ਟਵੀਟ ਹੈ ਜਿਹੜਾ ਉਹ ਜੱਗ ਜ਼ਾਹਰ ਕੀਤਾ ਹੈ ਕਿ ਉਹ ਜੇਕਰ ਦੁਬਾਰਾ ਉਹਦੀ ਰੀਕਾਊਂਟਿੰਗ ਕਰਾਉਂਦੇ ਨੇ ਤਾਂ ਉਹਨਾਂ ਦੀ ਜਾਨ ਆ ਜਿਹੜੀ ਉਹ ਖਤਰੇ ਦੇ ਵਿੱਚ ਪੈ ਸਕਦੀ ਆ। ਇਹਦੇ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆ ਸਕਦੀ ਹੈ ਕਿ ਹੋ ਸਕਦਾ ਕਿ ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਇਹ ਖਬਰਾਂ ਨਸ਼ਰ ਹੋ ਗਈਆਂ ਕਿ ਉੱਥੇ ਜਿਹੜੀ ਮਮਤਾ ਬੈਨਰਜੀ ਆ ਉਹ ਜਿੱਤ ਗਏ ਨੇ 1200-1700 ਉਹਦੀ ਲੀਡ ਪਰ ਉਹ ਦਿਖਾਇਆ ਸੀਗਾ ਕਿ ਉਹ ਜਿੱਤ ਗਏ, ਪਰ ਕੁਝ ਦੇਰ ਬਾਅਦ ਫਿਰ ਉਹਨਾਂ ਦਾ ਰਿਜ਼ਲਟ ਜਿਹੜਾ ਇਹ ਆ ਗਿਆ ਕਿ ਉਹ ਚੋਣ ਹਾਰ ਗਏ ਨੇ। ਚਲੋ ਇਲੈਕਸ਼ਨ ਦੇ ਵਿੱਚ ਜਿਹੜੀ ਹਾਰ ਤੇ ਜਿੱਤ ਹੁੰਦੀ ਆ, ਉਹ ਕੋਈ ਦੋ ਖਿਲਾੜੀ ਜਿਹੜੇ ਖੜੇ ਹੁੰਦੇ ਨੇ ਉਹ 'ਚ ਇੱਕ ਨੇ ਹਾਰਨਾ ਹੁੰਦਾ, ਪਰ ਵੱਡੀ ਗੱਲ ਤਾਂ ਇਹ ਆ ਕਿ ਬੀਜੇਪੀ ਹੈ ਜਿਹੜੀ 78 ਸੀਟਾਂ ਤੱਕ ਸਿਮਟ ਕੇ ਰਹਿੰਦੀ ਹੈ ਤੇ ਇਹ 200 ਤੋਂ ਵੱਧ ਸੀਟਾਂ ਜਿਹੜੀ ਇਹ ਮਮਤਾ ਬੈਨਰਜੀ ਉੱਥੇ ਲੈ ਕੇ ਗਏ ਨੇ ਤੇ ਉਹ ਆਪਣੀ ਪਾਰਟੀ ਦੇ ਮੁਖੀ ਨੇ ਤੇ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦਾ ਇੱਕ ਜਿਹੜਾ ਅਧਿਕਾਰ ਵੀ ਹੈ ਤੇ ਦੂਜੀ ਗੱਲ ਜਿਹੜੇ ਉੱਥੇ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਮਮਤਾ ਬੈਨਰਜੀ ਨੂੰ ਆਪਣਾ ਲੀਡਰ ਚੁਣਿਆ। ਜਿਹੜੇ ਵੀ ਐਮਐਲਏ ਨੇ ਕਿਸੇ ਲੀਡਰ ਆਪਣੇ ਨੇਤਾ ਆਪਣਾ ਚੁਣਦੇ ਆ, ਗਰੁੱਪ ਲੀਡਰ ਚੁਣਦੇ ਨੇ ਤਾਂ ਉਹਨੂੰ ਉਹ ਜਿਹੜਾ ਮੁੱਖ ਮੰਤਰੀ ਦਾ ਜਿਹੜੀ ਸਹੁੰ ਆ ਉਹ ਜਿਹੜਾ ਰਾਜਪਾਲ ਹੁੰਦਾ ਉਹਨੂੰ ਚੁਕਾਉਣੀ ਪੈਂਦੀ ਆ। ਹੁਣ ਉਹ ਐਮਐਲਏ ਬਣਿਆ ਜਾਂ ਨਹੀਂ ਬਣਿਆ ਇਹ ਇੱਕ ਸੈਕੰਡਰੀ ਇਸ਼ੂ ਆ, ਉਹ 6 ਮਹੀਨੇ ਦੇ ਵਿੱਚ ਦੁਬਾਰਾ ਚੋਣ ਲੜ ਲੈਣਗੇ। ਕੋਈ ਨਾ ਕੋਈ ਚੋਣ ਆ ਜਿਹੜੀ ਦੇਖੋ ਜਿੱਥੇ ਤੇ ਕੋਈ ਖਾਲੀ ਹੋਈ ਕੋਈ ਹੋਰ ਵਿਧਾਇਕ ਆ ਉਹਨਾਂ ਵਾਸਤੇ ਉਹ ਸੀਟ ਆ ਜਿਹੜੀ ਖਾਲੀ ਕਰ ਦੇਵੇਗਾ, ਉੱਥੇ ਤੇ ਉਹ ਜਿੱਤ ਕੇ ਦੁਬਾਰਾ ਵੀ ਆ ਸਕਦੇ ਆ। ਜੇ ਦੁਬਾਰਾ ਨਹੀਂ ਆਉਂਦੇ ਤਾਂ ਕਿਸੇ ਹੋਰ ਨੂੰ ਪਾਰਟੀ ਦਾ ਉਹ ਮੁੱਖ ਮੰਤਰੀ ਬਣਾ ਦੇਣਗੇ। ਪਰ ਦੇਖੋ ਤੁਸੀਂ ਉਹ ਕਿੰਨੀ ਦੇਰ ਤੋਂ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ, ਹੁਣ ਉਹ ਤੀਜੀ ਵਾਰੀ ਮੁੱਖ ਮੰਤਰੀ ਲਗਾਤਾਰ ਬਣਦੇ ਜਾ ਰਹੇ ਨੇ। ਕੁਝ ਨਾ ਕੁਝ ਉਹਨਾਂ ਦਾ ਆਧਾਰ ਹੈਗਾ ਤਾਂ ਉਹ ਬਣ ਜਾਣਗੇ। ਹੁਣ ਵਿਰੋਧੀ ਪਾਰਟੀਆਂ ਨੂੰ ਗਵਾਰਾ ਲੱਗੇ ਨਾ ਲੱਗੇ, ਚੰਗਾ ਲੱਗੇ ਨਾ ਲੱਗੇ, ਜਿਹੜੇ ਆਪੋਜੀਸ਼ਨ ਹੁੰਦੀਆਂ ਉਹਨਾਂ ਨੇ 100 ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਆ ਉਹ ਲਾਉਣੇ ਹੁੰਦੇ ਨੇ ਤੇ ਕਈ ਤਰ੍ਹਾਂ ਦੇ ਕਮੈਂਟਸ ਵੀ ਕਰਨੇ ਹੁੰਦੇ ਨੇ। ਉਹ ਵਿਰੋਧੀਆਂ ਦਾ ਆਪਣਾ ਕੰਮ ਆ ਤੇ ਜਿਨ੍ਹਾਂ ਨੇ ਸਰਕਾਰ ਚਲਾਉਣੀ ਆ ਉਹਨਾਂ ਦਾ ਆਪਣਾ ਕੰਮ ਆ। ਇੱਕ ਪਾਸੇ ਸਰ ਅੱਜ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਜਿੱਥੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਆ, ਉੱਥੇ ਦੂਜੇ ਪਾਸੇ ਭਾਜਪਾ ਜਿਹੜੀ ਲੀਡਰਸ਼ਿਪ ਆ ਦੇਸ਼ ਵਿਆਪੀ ਜਿਹੜਾ ਉਹਨਾਂ ਨੇ ਅੰਦੋਲਨ ਕੀਤਾ ਹੈ ਇਸ ਰੋਜ਼ ਦੇ ਵਿੱਚ ਕਿ ਪੱਛਮੀ ਬੰਗਾਲ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਾਮ ਨੂੰ ਭਾਜਪਾ ਵਰਕਰਾਂ ਦੇ ਉੱਤੇ ਜਾਨਲੇਵਾ ਹਮਲੇ ਕੀਤੇ ਗਏ। ਸ਼ੁਭਿੰਦਰੂ ਅਧਿਕਾਰੀ ਦੀ ਜਿਹੜੀ ਗੱਡੀ ਨੰਦੀਗ੍ਰਾਮ ਤੋਂ ਜੋ ਵਿਨਰ ਨੇ ਮਮਤਾ ਬੈਨਰਜੀ ਤੋਂ ਓਪੋਜ਼ਿਟ ਚੋਂ ਖੜੇ ਸੀ ਉਹਨਾਂ ਦੀ ਗੱਡੀ ਭੰਨੀ ਗਈ, ਭਾਜਪਾ ਦੇ ਦਫ਼ਤਰ ਦੀ ਭੰਨਤੋੜ ਕੀਤੀ ਗਈ। ਇਸ ਵਿਰੋਧ ਦੇ ਵਿੱਚ ਉਹਨਾਂ ਨੇ ਸਾਰਾ ਜਿਹੜਾ ਭਾਂਡਾ ਹੈ ਉਹ ਤ੍ਰਿਣਮੂਲ ਕਾਂਗਰਸ ਦੇ ਸਿਰ ਭੰਨਿਆ ਔਰ ਆਪਣਾ ਰੋਸ ਜ਼ਾਹਿਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਹਿੰਸਕ ਵਿਵਹਾਰ ਜਿਹੜਾ ਭਾਜਪਾ ਲੀਡਰਾਂ ਦੇ ਨਾਲ ਕੀਤਾ ਗਿਆ। ਕਮਲ ਜੀ ਦੇਖੋ, ਜਿਹੜੀ ਉੱਥੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੋ ਹਿੰਸਕ ਕਾਰਵਾਈ ਹੋਈ ਆ ਉਹ ਗਲਤ ਆ ਤੇ ਇਹ ਨਿੰਦਣਯੋਗ ਆ, ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਕਿਆ ਵਾਕਈ ਜਿਹੜੀ ਉਹ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਵਰਕਰ ਆ ਆਗੂ ਆ ਉਹਨਾਂ ਨੇ ਕੀਤੀ ਆ ਕਿ ਕਿਸੇ ਹੋਰ ਨੇ ਕੀਤੀ ਆ। ਹੁਣ ਤੁਸੀਂ ਦੇਖੋ, ਪਹਿਲੀ ਗੱਲ ਤਾਂ ਉੱਥੇ ਮਮਤਾ ਬੈਨਰਜੀ ਦਾ ਰਾਜਨੀਤਾ ਠੀਕ ਆ ਵੀ ਉਹ ਇਲੈਕਸ਼ਨ ਸੀਗੀ, ਉਹ ਕੰਮ ਚਲਾਊ ਮੁੱਖ ਮੰਤਰੀ ਸਨ। ਉੱਥੇ ਜਿਹੜਾ ਰਾਜ ਚੱਲ ਰਿਹਾ ਸੀ ਜਾਂ ਜੋ ਕੰਮ ਚੱਲਦਾ ਉਹ ਜਿਹੜੇ ਪੂਰੀ ਸੱਤਾ ਜਿਹਦੇ ਹੱਥ ਸੀਗੀ ਹੋਏਗੀ ਤੀ ਚੋਣ ਕਮਿਸ਼ਨ ਦੇ। ਪਹਿਲੀ ਗੱਲ ਜਦੋਂ ਉੱਥੇ ਰਿਜ਼ਲਟ ਹੋਏ ਆ ਰਹੇ ਤੇ ਚੋਣ ਕਮਿਸ਼ਨ ਨੇ ਪਾਬੰਦੀਆਂ ਲਾਈਆਂ ਹੋਈਆਂ ਤੀਆਂ ਵੀ ਇਕੱਠ ਨਹੀਂ ਕਰਨਾ। ਜੇ ਇਕੱਠ ਨਹੀਂ ਕਰਨਾ ਫਿਰ ਉੱਥੇ ਵੱਡੀ ਪੱਧਰ ਤੇ ਇਕੱਠ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਚੋਣ ਕਮਿਸ਼ਨ ਦੀ ਨੈਗਲੀਜੈਂਸੀ ਆ। ਉਹ ਤੋਂ ਬਾਅਦ ਜੇ ਉੱਥੇ ਇਕੱਠ ਹੋ ਰਿਹਾ ਤਾਂ ਜਿਹੜੀਆਂ ਸਿਕਿਉਰਟੀ ਆ ਜਿੰਨੀਆਂ ਵੀ ਸੂਬੇ ਦੀਆਂ ਜਿਹੜੀਆਂ ਸਿਕਿਉਰਟੀਜ਼ ਨੇ, ਚਾਹੇ ਪੈਰਾਮਿਲਟਰੀ ਫੋਰਸਾਂ ਚਾਹੇ ਸੂਬੇ ਦੀਆਂ ਪੁਲਿਸ ਫੋਰਸਿਸ ਨੇ, ਉਹ ਸਾਰੀਆਂ ਅਲਟੀਮੇਟਲੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀਆਂ। ਫਿਰ ਤਾਂ ਇਹਨਾਂ ਦੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆ, ਪਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਆ ਜਿਹੜੀ ਸਾਬਤ ਹੁੰਦੀ ਆ ਤੇ ਉਹਨਾਂ ਦੀ ਨਾਕਾਮੀ ਸਾਹਮਣੇ ਆਉਂਦੀ ਆ। ਹੁਣ ਤੁਸੀਂ ਇਹ ਆਪਣੀ ਹਾਰ ਦਾ ਠੀਕਰਾ ਜਾਂ ਆਪਣੀ ਨਾਕਾਮੀ ਦਾ ਠੀਕਰਾ ਤੁਸੀਂ ਤ੍ਰਿਣਮੂਲ ਕਾਂਗਰਸ ਦੇ ਸਿਰ ਭੰਨੀ ਜਾਓ, ਪਰ ਇਹ ਸਭ ਨੂੰ ਪਤਾ ਹੈ ਕਿ ਉੱਥੇ ਜਿਹੜੀ ਨਲਾਇਕੀ ਆ ਤਾਂ ਉਹ ਇਲੈਕਸ਼ਨ ਕਮਿਸ਼ਨ ਦੀ ਆ ਜਾਂ ਹੋਮ ਡਿਪਾਰਟਮੈਂਟ ਦੀ ਆ। ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਕਿ ਜਿਹੜੇ ਭੰਨ ਤੋੜ ਕਰਨ ਆਏ ਤੇ ਕੋਈ ਵੀ ਤਾਂ ਦੇਖੋ ਆਪਾਂ ਉਹਦੀ ਇਸ ਗੱਲ ਦੀ ਨਿੰਦਾ ਕਰਦੇ ਆ ਵੀ ਜਿਹੜਾ ਵੀ ਹੈਗਾ ਉਹ ਸਾਨੂੰ ਫੜ ਕੇ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ। ਤੁਸੀਂ ਇਹ ਦੇਖੋ, ਜਦੋਂ ਉੱਥੇ ਇਲੈਕਸ਼ਨ ਹੋ ਰਿਹਾ ਤੁਹਾਨੂੰ ਪਤਾ ਵੀ ਟੈਂਸ ਦਾ ਮਾਹੌਲ ਬਣ ਸਕਦਾ ਹੈ, ਤਾਂ ਪੁਲਿਸ ਫੋਰਸਿਸ ਨੇ ਜਾਂ ਜਿਹੜੀਆਂ ਸਰਕਾਰਾਂ ਤੀਆਂ ਜਾਂ ਚੋਣ ਕਮਿਸ਼ਨ ਨੇ ਉੱਤੇ ਉਹਨਾਂ ਨੇ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਜਦ ਕਿ ਉੱਥੇ ਪੈਰਾ ਮਿਲਟਰੀ ਫੋਰਸ ਲੱਗੀਆਂ। ਦੂਜੇ ਪਾਸੇ ਜਦੋਂ ਸ਼ਹੀਨ ਬਾਗ ਤੇ ਧਰਨਾ ਦਿੱਤਾ ਜਾਂਦਾ ਹੈ
ਤਾਂ ਉੱਥੇ ਤੁਸੀਂ ਲਾਠੀ ਚਾਰਜ ਵੀ ਹੁੰਦੀ ਆ, ਗੋਲੀ ਵੀ ਚੱਲਦੀ ਆ। ਪੰਜਾਬ ਦੇ ਕਿਸਾਨ 26 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਲਈ ਚੱਲਦੇ ਨੇ, ਤਾਂ ਤੁਸੀਂ ਉਹਨਾਂ ਨੂੰ ਰਾਹ ਵਿੱਚ ਰੋਕ ਕੇ ਹਰਿਆਣੇ ਦੇ ਵਿੱਚ ਉਹਨਾਂ ਪਰ ਹੰਝੂ ਗੈਸ ਵੀ ਛੱਡਦੇ ਨੇ, ਲਾਠੀਆਂ ਵੀ ਵਰਾਉਂਦੇ ਨੇ, ਜਿਹੜਾ ਪਾਣੀ ਦੀਆਂ ਵਿਛਾੜਾਂ ਵੀ ਛੱਡਦੇ ਨੇ, ਗੋਲੀਆਂ ਵੀ ਚਲਾਉਂਦੇ ਨੇ। ਹਾਲਾਂਕਿ ਉਹ ਕੌਮੀ ਮਾਰਗ ਰਾਹੀਂ ਗੁਜ਼ਰ ਕੇ ਦਿੱਲੀ ਜਾਣਾ ਚਾਹੁੰਦੇ ਤੇ ਕੌਮੀ ਮਾਰਗ ਵੀ ਪੱਟ ਦਿੱਤਾ। ਹਾਂ, ਕੌਮੀ ਮਾਰਗ ਪੱਟਦੇ, ਤੁਸੀਂ ਉੱਥੇ ਇਹ ਪ੍ਰਬੰਧ ਕਰ ਸਕਦੇ ਆ। ਫਿਰ ਤੁਸੀਂ ਜਦੋਂ ਉੱਥੇ ਚੋਣਾਂ ਹੋ ਰਹੀਆਂ, ਤੁਹਾਨੂੰ ਲੱਗਦਾ ਵੀ ਟੈਂਸ ਦਾ ਜਿਹੜਾ ਉੱਥੇ ਮਾਹੌਲ ਬਣ ਸਕਦਾ, ਉੱਥੇ ਤੁਸੀਂ ਕਿਉਂ ਆ ਪ੍ਰਬੰਧ ਨਹੀਂ ਕਰ ਸਕਦੇ? ਕਿਤੇ ਨਾ ਕਿਤੇ ਸਿੱਧੀ ਤੇ ਸਿੱਧੀ ਜਿਹੜੀ ਨੈਗਲੀਜੈਂਸੀ ਆ, ਇਹਦੇ ਵਿੱਚ ਤੁਸੀਂ ਜਿਹੜੀ ਕੇਂਦਰੀ ਹੋਮ ਡਿਪਾਰਟਮੈਂਟ ਆ ਜਾਂ ਕੇਂਦਰੀ ਗ੍ਰਹਿ ਮੰਤਰਾਲਾ ਹੈ, ਉਹਨਾਂ ਨੂੰ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਰੀ ਨਹੀਂ ਕਰ ਸਕਦੇ। ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਆ। ਜਿਹੜੇ ਤੱਥ ਆ, ਰਿਐਲਿਟੀ ਆ, ਅਸਲੀਅਤ ਆ, ਉਹ ਸਾਹਮਣੇ ਆਉਣੀ ਚਾਹੀਦੀ ਆ ਕਿ ਇਹ ਭੰਨ ਤੋੜ ਕਰਨ ਵਾਲੀ ਵਾਕਈ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਵਰਕਰ ਤੇ ਜਾਂ ਕੋਈ ਉਹਨਾਂ ਦੇ ਪਹਿਰਾਵੇ ਵਿੱਚ ਕਿਸੇ ਹੋਰ ਪਾਰਟੀਆਂ ਨਾਲ ਸੰਬੰਧਿਤ ਤੇ ਜਾਂ ਕਿਸੇ ਉਹ ਪਹਾੜੇ ਦੇ ਜਾਣੀ ਕਿ ਕਹਿੰਦੇ ਜਿਹਨੂੰ ਆਪਾਂ ਟੱਟੂ ਕਹਿੰਦੇ ਆ ਜਾਂ ਮਜ਼ਦੂਰ, ਉਹ ਤਾਂ ਨਹੀਂ ਤੇ ਕਿਸੇ ਹੋਰ ਪਾਰਟੀਆਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਕਿਸੇ ਨੂੰ ਪਾਰਟੀਕੂਲਰ ਜਾ ਕੇ ਤੁਸੀਂ ਮਮਤਾ ਬੈਨਰਜੀ ਨੂੰ ਬਦਨਾਮ ਕਰਨ ਵਾਸਤੇ, ਕਿਉਂਕਿ ਉਹਨਾਂ ਦਾ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਆ ਜਿਹੜਾ ਇਦਾਂ ਦਾ ਬਣਿਆ ਹੋਇਆ ਸੀਗਾ। ਉਹ ਇਕੱਲੇ ਨੇ, ਉਹਨਾਂ ਨੇ ਜਿਹੜੀ ਕਿ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਸੀ, ਦੇਖੋ ਤੇ ਪ੍ਰਧਾਨ ਮੰਤਰੀ ਗਏ, ਕੇਂਦਰੀ ਗ੍ਰਹਿ ਮੰਤਰੀ ਗਏ, ਕਿੰਨੇ ਮੰਤਰੀ ਗਏ, ਕਿੰਨੇ ਸੂਬਿਆਂ ਦੇ ਇਹਨਾਂ ਦੇ ਮੁੱਖ ਮੰਤਰੀ, ਲੀਡਰਸ਼ਿਪ ਆ ਜਿਹੜੀ ਉਹਨਾਂ ਨੇ ਉੱਥੇ ਵੈਸਟ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਡੇਰਾ ਲਾਇਆ ਹੋਇਆ ਸੀਗਾ। ਨੰਦੀਗ੍ਰਾਮ ਦੇ ਵਿੱਚ ਉਹਨਾਂ ਨੇ ਪੂਰੀ ਤਾਕਤ ਝੋਕੀ ਹੋਈ ਸੀ ਬੀਜੇਪੀ ਨੇ, ਪੂਰਾ ਸਰਕਾਰੀ ਤੰਤਰ ਦੀ ਉੱਤੇ ਪੂਰੀ ਤਾਕਤ ਝੋਕੀ ਹੋਈ ਸੀ ਬੀਜੇਪੀ ਨੇ। ਐਡੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਬੀਜੇਪੀ ਉੱਥੇ ਹਾਰ ਜਾਂਦੀ ਆ। ਉਹਨਾਂ ਨੇ ਆਪਣਾ ਮਮਤਾ ਬੈਨਰਜੀ ਨੇ ਇਹਨਾਂ ਦਾ ਜਿਹੜਾ ਉੱਥੇ ਜੇਤੂ ਰੱਥ ਨੂੰ ਰੋਕਿਆ। ਇਹ ਤੁਸੀਂ ਜਦੋਂ ਚੋਣਾਂ ਦੇ ਰਿਜ਼ਲਟ ਵੀ ਆ ਰਹੇ ਤੇ, ਭਾਵੇਂ ਕਿ 5 ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਤੇ ਨੇ, ਚੋਣਾਂ ਦੇ 5 ਸੂਬਿਆਂ ਦੇ ਰਿਜ਼ਲਟ ਆ ਰਹੇ ਤੇ, ਪਰ ਸਭ ਦਾ ਜਿਹੜਾ ਫੋਕਸ ਸੀਗਾ ਉਹ ਵੈਸਟ ਬੰਗਾਲ ਬਣਿਆ ਹੋਇਆ ਸੀਗਾ। ਇਸ ਕਰਕੇ ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ। ਅੱਜ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਨੇ ਵੀ ਸਹੁੰ ਉੱਥੇ ਚੁੱਕ ਲਈ ਆ ਤੇ ਅੱਜ ਤੇ ਉਹ ਬਕਾਇਦਾ ਦੁਆਰਾ ਵਿਧੀਵਤ ਢੰਗ ਨਾਲ ਕਾਨੂੰਨੀ ਤੌਰ ਤੇ ਉਹ ਤੀਜੀ ਵਾਰੀ ਮੁੱਖ ਮੰਤਰੀ ਵੀ ਬਣ ਗਏ। ਅੱਜ ਤੋਂ ਬਾਅਦ ਜਿਹੜਾ ਸਾਰਾ ਉਹ ਆ ਬੰਦੋਬਸਤ ਆ ਉਹ ਉਹਨਾਂ ਦੇ ਅਧਿਕਾਰ ਖੇਤਰ 'ਚ ਆ ਜਾਊਗਾ। ਜਿਹੜਾ ਉੱਥੇ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਾਇਆ ਹੋਇਆ, ਹੋ ਸਕਦਾ ਉਹ ਵੀ ਅੱਜ ਉੱਥੇ ਤੇ ਚੋਣ ਕਮਿਸ਼ਨ ਆ ਜਿਹੜਾ ਆਰਡਰ ਕਰ ਦਊਗਾ, ਨੋਟੀਫਿਕੇਸ਼ਨ ਹੋ ਜਾਏਗੀ ਕਿ ਚੋਣ ਜਾਬਤਾ ਜਿਹੜਾ ਉੱਥੇ ਤੇ ਹਟ ਜਾਵੇਗਾ। ਇਸ ਕਰਕੇ ਹੁਣ ਇਸ ਸਾਰੇ ਮਾਮਲੇ ਦੀ ਮਮਤਾ ਬੈਨਰਜੀ ਦੀ ਵੀ ਇਹ ਡਿਊਟੀ ਬਣਦੀ ਹੈ ਤੇ ਫਰਜ਼ ਬਣਦਾ ਤੇ ਧਰਮ ਬਣਦਾ ਹੈ ਕਿ ਇਹ ਸਾਰੇ ਮਾਮਲੇ ਦੀ ਤਹਿਕੀਕਤ ਕੀਤੀ ਜਾਵੇ ਕਿ ਇਸ ਸਾਜ਼ਿਸ਼ ਦੇ ਵਿੱਚ ਕੌਣ ਤੇ ਕਿਹੜੇ ਦੋਸ਼ੀ ਤੇ। ਜੇ ਵਾਕਈ ਤ੍ਰਿਣਮੂਲ ਕਾਂਗਰਸ ਦੇ ਬੰਦਿਆਂ ਨੇ ਸਾੜ ਫੂਕ ਕੀਤੀ ਆ, ਭੰਨ ਤੋੜ ਕੀਤੀ ਆ, ਜਾਂ ਕੁਝ ਲੋਕ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹ ਦੋਸ਼ ਲਾ ਰਹੇ ਨੇ ਕਿ ਉੱਥੇ ਜਿਹੜੇ ਹਿੰਦੂ ਵਰਗ ਨਾਲ ਸੰਬੰਧਿਤ ਔਰਤਾਂ ਹੈ ਉਹਨਾਂ ਨਾਲ ਰੇਪ ਕੀਤਾ ਗਿਆ, ਸਮੂਹਿਕ ਰੇਪ ਕੀਤਾ ਗਿਆ, ਉਹਨਾਂ ਸਾਰੇ ਬੰਦਿਆਂ ਦੀ ਪਛਾਣ ਕਰਕੇ, ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੀਦਾ ਤਾਂ ਕਿ ਜਿਹੜੀ ਰਿਐਲਿਟੀ ਆ ਉਹ ਸਾਰੇ ਦੇਸ਼ ਵਾਸੀਆਂ ਦੇ, ਵਿਸ਼ਵ ਦੇ ਜਿਹੜੇ ਲੋਕ ਆ ਉਹਦੇ ਸੱਚ ਸਾਹਮਣੇ ਆਵੇ ਕਿ ਵਾਕਈ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਉਹਨਾਂ ਦੇ ਅਸਲ ਦੋਸ਼ੀ ਕੌਣ ਹਨ। ਸਰ, ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੋਰੋਨਾ ਵਾਇਰਸ ਦੀ ਸਥਿਤੀ ਬਣੀ ਹੋਈ ਹੈ ਔਰ ਆਕਸੀਜਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਣੇ ਹੋਏ ਨੇ, ਉਸ ਸਭ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਕ ਜਿਹੜੀ ਸਟੇਟਮੈਂਟ ਆ ਉਹ ਸਾਹਮਣੇ ਆਉਂਦੀ ਆ ਕਿ ਜਿਹੜੇ ਰਾਸ਼ਨ ਕਾਰਡ ਧਾਰਕ ਨੇ, ਦਿੱਲੀ ਦੇ ਵਿੱਚ 72 ਲੱਖ ਦੇ ਕਰੀਬ ਜਿਹੜੇ ਰਾਸ਼ਨ ਕਾਰਡ ਧਾਰਕ ਨੇ, ਉਹਨਾਂ ਸਭ ਨੂੰ 2 ਮਹੀਨੇ ਤੱਕ ਜਿਹੜਾ ਮੁਫਤ ਰਾਸ਼ਨ ਹੈ ਉਹ ਦਿੱਤਾ ਜਾਏਗਾ ਔਰ ਟੈਕਸੀ ਆਟੋ ਚਾਲਕ ਨੇ ਜਿਹੜੇ ਉਹਨਾਂ ਨੂੰ 5000 ਰੁਪਇਆ ਜਿਹੜਾ ਹੈ ਵਿੱਤੀ ਸਹਾਇਤਾ ਦਿੱਤੀ ਜਾਏਗੀ। ਕਮਲ ਜੀ ਦੇਖੋ, ਜਦੋਂ ਇਹ ਪਿਛਲੇ ਸਾਲ ਲਾਕਡਾਊਨ ਲੱਗਿਆ ਸੀਗਾ ਤਾਂ ਕੇਜਰੀਵਾਲ ਸਰਕਾਰ ਨੇ ਉਦੋਂ ਵੀ ਇਹ ਜਿਹੜੀ ਮਦਦ ਆ ਇਸ ਢੰਗ ਨਾਲ ਕੀਤੀ ਸੀ ਤੇ ਹੁਣ ਵੀ ਉਹਨਾਂ ਨੇ ਮਦਦ ਕਰਨ ਦਾ ਐਲਾਨ ਕੀਤਾ। ਚੰਗੀ ਗੱਲ ਆ। ਇਹ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆ, ਸਾਰੇ ਸੂਬਿਆਂ ਨੇ ਜਿਹੜੀਆਂ ਸਰਕਾਰਾਂ ਉਹਨੂੰ ਆਪਣੇ ਸੂਬੇ ਦੇ ਲੋਕਾਂ ਦੀ ਇਸ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਆ। ਇਹਦੇ 2 ਮੇਜਰ ਕਾਰਨ ਨੇ। ਦੇਖੋ, ਤੁਸੀਂ ਲਾਕਡਾਊਨ ਲਾ ਰਹੇ ਨੇ ਜਿਹਦੇ ਨਾਲ ਤੁਹਾਡਾ ਜਿਹੜਾ ਸਾਰਾ ਸਿਸਟਮ ਆ ਗੜਬੜ ਹੋ ਰਿਹਾ। ਜਿਹੜੇ ਗਰੀਬ ਵਰਗ ਦੇ ਲੋਕ ਨੇ, ਮਿਹਨਤ ਮਜ਼ਦੂਰ ਕਰਨ ਵਾਲੇ ਲੋਕ ਨੇ, ਉਹਨਾਂ ਦੀ ਜਿਹੜੀ ਆਰਥਿਕਤਾ ਦੀ ਜਿਹੜੀ ਗੱਡੀ ਚੱਲ ਰਹੀ ਸੀ ਉਹ ਲੀਹੋਂ ਲੱਥ ਗਈ ਆ। ਹੁਣ ਤੁਸੀਂ ਜਿਹੜੇ ਟੈਂਪੂ ਵਾਲੇ ਦੀ ਗੱਲ ਕੀਤੀ ਆ ਉਹਦੇ ਵਿੱਚ 1 ਜਾਂ 2 ਸਵਾਰੀਆਂ ਤੁਸੀਂ ਸਰਕਾਰ ਨੇ ਲਾਈਆਂ ਹੋਈਆਂ ਵੀ ਗੱਡੀ ਦੇ ਵਿੱਚ 2 ਜਿਹੜੇ ਵਿਅਕਤੀ ਆ ਬੈਠ ਸਕਦੇ ਨੇ, ਹੈ ਨਾ। ਤੇ ਉਹ ਆਟੋ ਦੇ ਵਿੱਚ ਜਿਹੜੀ ਉਹਨਾਂ ਦੀ ਗਿਣਤੀ ਆ ਉਹ ਘਟ ਗਈ ਬੈਠਣ ਦੀਆਂ, ਉਹਨਾਂ ਦੀਆਂ ਜਿਹੜੀਆਂ ਸਵਾਰੀਆਂ ਮਿਲਣ ਲੱਗੀਆਂ। 5 ਵਜੇ ਤੋਂ ਬਾਅਦ ਤੁਸੀਂ ਲਾਕਡਾਊਨ ਲਾਤਾ, ਲੋਕ ਘਰਾਂ ਦੇ ਵਿੱਚ ਬੈਠੇ ਨੇ। ਸਰਕਾਰੀ ਦਫ਼ਤਰਾਂ ਦੇ ਵਿੱਚ, ਗੈਰ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਤੁਸੀਂ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਆ ਉਹ ਘਟਾ ਦਿੱਤੀ ਆ। ਇਸ ਕਰਕੇ ਕਿਤੇ ਨਾ ਕਿਤੇ ਜਦੋਂ ਅਜਿਹੀ ਔਖੀ ਮੁਸੀਬਤ ਹੋਵੇ ਤਾਂ ਜਿਹੜਾ ਰਾਜਾ ਹੁੰਦਾ
ਉਹਦੀ ਆਪਣੀ ਪ੍ਰਜਾ ਦੀ ਸੁਰੱਖਿਆ ਕਰਨਾ, ਉਹਦੀ ਹਰ ਤਰ੍ਹਾਂ ਦੀ ਮਦਦ ਕਰਨਾ ਇੱਕ ਰਾਜੇ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਇਕੱਲੀ ਜੇ ਕੇਜਰੀਵਾਲ ਸਰਕਾਰ ਨੇ ਕੀਤਾ ਤਾਂ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਚੰਗੀ ਗੱਲ ਇਹ ਹੈ ਕਿ ਸਾਰੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਬਾਂਹ ਫੜਨ ਦੀ ਜ਼ਰੂਰਤ ਆ। ਤੁਸੀਂ ਅੱਜ ਦੇਖੋ ਹਸਪੀਟਲਾਂ ਦੇ ਵਿੱਚ ਮਰੀਜ਼ ਆ ਜਿਹੜੇ ਰੁਲ ਰਹੇ ਨੇ, ਉੱਥੇ ਉਹਨਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਵੈਂਟੀਲੇਟਰ ਨਹੀਂ ਮਿਲ ਰਹੇ, ਬੈੱਡ ਨਹੀਂ ਮਿਲ ਰਹੇ। ਦੂਜੇ ਪਾਸੇ ਜਿਹੜੇ ਲੋਕ ਬਿਮਾਰੀ ਦੇ ਕਾਰਨ ਚਾਹੇ ਕਰੋਨਾ ਕਰਕੇ ਕਿਵੇਂ ਉਹ ਮਰ ਗਏ ਨੇ, ਇਹ ਜ਼ਿੰਦਗੀ ਤੋਂ ਰੁਖਸਤ ਹੋ ਗਏ ਨੇ, ਜ਼ਿੰਦਗੀ ਨੂੰ ਅਲਵਿਦਾ ਆਖ ਗਏ ਨੇ, ਉਹ ਲੋਕਾਂ ਨੂੰ ਜਿਹੜੀਆਂ ਮ੍ਰਿਤਕ ਨੇ ਉਹਨਾਂ ਨੂੰ ਉੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਅੱਗ ਲਗਾਉਣ ਵਾਸਤੇ ਜਾਂ ਉਹਨਾਂ ਦਾ ਦਾਹ ਸੰਸਕਾਰ ਕਰਨ ਵਾਸਤੇ ਉੱਥੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ। ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ, ਸੂਬਿਆਂ ਦੇ ਸਾਰੇ ਸੂਬਿਆਂ ਦੇ ਵਿੱਚ ਹਾਲਾਤ ਬਹੁਤ ਕ੍ਰਿਟੀਕਲ ਪੋਜੀਸ਼ਨ ਬਣੀ ਹੋਈ ਆ। ਇਸ ਕਰਕੇ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਅਤੇ ਭਾਰਤ ਸਰਕਾਰ ਆ, ਇਹਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਵਾਸੀਆਂ ਦੀ ਆਪਣੀ ਮਦਦ ਵਾਸਤੇ ਅੱਗੇ ਆਵੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅਸੀਂ ਦੇਸ਼ ਦੇ ਨਾਲ ਪੰਜਾਬ ਦੇ ਜਿਹੜੇ ਜੁੜੇ ਹੋਏ ਮਸਲੇ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ। ਖਾਸ ਤੌਰ ਤੇ ਯੂਪੀ ਦੇ ਵਿੱਚ ਜਿਹੜੇ ਪੰਚਾਇਤੀ ਇਲੈਕਸ਼ਨ ਨੇ, ਪੱਛਮੀ ਬੰਗਾਲ ਤੋਂ ਬਾਅਦ ਭਾਜਪਾ ਨੂੰ ਜਿਹੜਾ ਯੂਪੀ ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਸਪੈਸ਼ਲ ਰਿਪੋਰਟ ਦੇ ਵਿੱਚ ਅਹਿਮ ਮੁੱਦਿਆਂ ਤੇ ਜਿਹੜੀ ਚਰਚਾ ਹੈ ਅਸੀਂ ਕਰਦੇ ਰਵਾਂਗੇ। ਫਿਰ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।